morning, everyone. I am Mukul Mittal from Government Polytechnic College from Girls Patala, going to deliver my lecture on mobile communication systems. Before I brief about you this topic, that is mobile communication systems, I just want to define this topic. Mobile means जो moving है. ਜਦੋਂ ਕੋਈ ਵੀ moving objects ਨਾਲ ਆਪਾਂ communicate ਕਰ ਸਕਦੇ ਹਾਂ, that is the mobile communication system. That is communication which is possible as a wireless system or in a mobile way system. Next is the various terms which I am going to use in this lecture. That is your first is your base station, a fixed station in a mobile radio system used for radio communication with mobile stations. ਬੇਸਿਕਲੀ ਬੇਸ ਸਟੇਸ਼ਨ ਜਿਵੇਂ ਆਪਣੇ ਮੋਬਾਈਲਸ ਆਪਾਂ ਯੂਜ਼ ਕਰਦੇ ਹਾਂ ਤਾਂ ਆਪਾਂ ਕਈ ਵਾਰ ਦੇਖਦੇ ਹਾਂ ਤਾਂ ਸਿਗਨਲ ਇਜ਼ ਨਾਟ ਕਮਿੰਗ, ਜਿਸ ਜਗ੍ਹਾ ਤੋਂ ਉਹ ਸਿਗਨਲ ਆ ਰਿਹਾ ਹੈ that is your base station. And next is the MSC, switching center, which coordinates the routing of calls and connects the cellular base stations and the mobiles to the PSTN. MSC ਜਿਹੜਾ ਹੁੰਦਾ ਹੈ ਇਹ ਇੱਕ ਸੈਂਟਰਲ ਯੂਨਿਟ ਹੈ ਜਿਹੜਾ ਕਿ ਸਾਰਾ ਮੋਬਾਈਲ ਕਮਿਊਨੀਕੇਸ਼ਨ ਨੂੰ ਕੰਟਰੋਲ ਕਰਦਾ ਹੈ ਅਤੇ ਸਾਰਾ ਜਿਹੜਾ ਸਵਿਚਿੰਗ ਕਿਵੇਂ ਤੁਹਾਡੀ ਕਾਲ ਜਾਏਗੀ, ਕਿਵੇਂ ਕਾਲ ਆਏਗੀ, ਸਾਰਾ ਕੰਟਰੋਲ ਇਜ਼ ਡਨ ਬਾਈ ਦਿਸ MSC. ਐਂਡ ਮਿਨ ਇਜ਼ ਯੋਰ ਮੋਬਾਈਲ ਆਈਡੈਂਟੀਫਿਕੇਸ਼ਨ ਨੰਬਰ. ਜਿਹੜਾ ਤੁਹਾਡੇ ਕੋਲ ਕੋਈ ਵੀ ਮੋਬਾਈਲ ਦੈਟ ਇਜ਼ ਅ ਕਮਿਊਨੀਕੇਸ਼ਨ ਕੋਈ ਡਿਵਾਈਸ ਹੈ ਤਾਂ ਉਸਦਾ ਇੱਕ ਆਈਡੈਂਟੀਫਿਕੇਸ਼ਨ ਨੰਬਰ ਹੁੰਦਾ ਐਂਡ ਦੈਟ ਇਜ਼ ਯੋਰ MIN, ਦੈਟ ਇਜ਼ ਮੋਬਾਈਲ identification number. Next is your ESN, that is electronic serial number. SCM station class marks, and SIM is subscribers and the module. I don't think so these are to be defined. Next is ਹੁਣ ਇਹ ਜਿਹੜੇ ਤੁਹਾਡੇ ਕੋਲ ਪੂਰਾ ਡਾਇਗਰਾਮ ਹੈ, this diagram depicts how the communication occurs when you are connecting, you are sending your call from your landline mobile and to the your mobile phone. ਮਤਲਬ ਕਿਵੇਂ ਤੁਹਾਡੀ ਕਮਿਊਨੀਕੇਸ਼ਨ ਹੁੰਦੀ ਹੈ ਕਿ ਜਦੋਂ ਤੁਸੀਂ ਲੈਂਡਲਾਈਨ ਤੋਂ ਕੋਈ ਨੰਬਰ ਮਿਲਾਉਂਦੇ ਹੋ ਤਾਂ ਉਹ ਤੁਹਾਡੇ ਮੋਬਾਈਲ ਤੱਕ ਕਿਵੇਂ ਜਾਏਗਾ. ਸਭ ਤੋਂ ਪਹਿਲਾਂ ਜਿਹੜਾ MSC ਹੈ ਉਹਨੂੰ ਕਾਲ ਮਿਲੇਗੀ PSTN ਤੋਂ, ਦੈਟ ਇਜ਼ ਆਪਣਾ ਜਿਹੜਾ ਪਬਲਿਕ ਸਵਿਚ ਨੈਟਵਰਕ ਹੈ ਉਸ ਤੋਂ ਕਾਲ ਮਿਲੇਗੀ. ਮਤਲਬ ਜਿਸ ਬੰਦੇ ਨੇ ਆਪਾਂ ਨੂੰ ਕਾਲ ਕਰਨੀ ਹੈ ਉਹ ਸਭ ਤੋਂ ਪਹਿਲਾਂ MSC ਦੇ ਨਾਲ ਕੰਟੈਕਟ ਵਿੱਚ ਆਏਗਾ ਥਰੂ PSTN, ਜਿਹੜਾ ਸੈਂਡ ਕਰੇਗਾ ਰਿਕੁਐਸਟ MIN ਟੂ ਆਲ ਦ ਬੇਸ ਸਟੇਸ਼ਨਸ ਅਤੇ ਉਹ MSC ਕੋਲ ਮਿਨ ਨੰਬਰ ਭੇਜੇਗਾ ਅਤੇ ਉਹ ਜਿਹੜਾ ਮਿਨ ਨੰਬਰ ਹੈ ਇਜ਼ ਟਰਾਂਸਮਿਟਡ ਟੂ ਆਲ ਦ ਬੇਸ ਸਟੇਸ਼ਨਸ. ਇਹ FCC ਮਤਲਬ ਫਾਰਵਰਡ ਚੈਨਲ ਦੇ ਉੱਤੇ ਉਹ ਮਿਨ ਨੰਬਰ ਸਾਰੇ ਬੇਸ ਸਟੇਸ਼ਨਸ ਨੂੰ ਮਿਲ ਜਾਏਗਾ. ਅਤੇ ਜਦੋਂ ਸਾਰੇ ਬੇਸ ਸਟੇਸ਼ਨਸ ਨੂੰ ਮਿਲ ਜਾਏਗਾ ਦੈਨ ਜਦੋਂ ਮੋਬਾਈਲ ਨੇ ਉਹ ਵਾਲਾ ਮਿਨ ਰਿਸੀਵ ਕਰਨਾ. ਬੇਸਿਕਲੀ ਕੀ ਹੁੰਦਾ ਹੈ ਕਿ ਇੱਕ ਹੈਕਸਾਗਨਲ ਦੇ ਵਿੱਚ ਇੱਕ ਟਾਵਰ ਦੈਟ ਇਜ਼ ਟਾਵਰ ਲੱਗੀ ਹੁੰਦੀ ਹੈ, ਉਸ ਟਾਵਰ ਦੇ ਥਰੂ ਆਪਣੀ ਕਨੈਕਟੀਵਿਟੀ ਬਣਦੀ ਹੈ ਟੂ ਦ MSC ਐਂਡ ਵਿਦ ਦ BSCs. ਦੈਨ ਉਹ BSC ਨੇ ਰਿਸੀਵ ਕਰ ਲੈਣਾ ਮਿਨ ਨੰਬਰ. ਜਦੋਂ BSC ਨੂੰ ਮਿਲਿਆ ਤਾਂ ਦੈਟ ਇਜ਼ ਸ਼ਿਫਟਡ ਟੂ ਦ ਮੋਬਾਈਲ ਨੇ ਉਹ ਮਿਨ ਨੰਬਰ ਰਿਸੀਵ ਕੀਤਾ ਕਿ ਹਾਂ ਇਹ ਮੇਰਾ ਹੀ ਮਿਨ ਨੰਬਰ ਹੈ. ਉਸ ਤੋਂ ਬਾਅਦ ਉਹਨੇ ਐਕਨੋਲੇਜਮੈਂਟ ਦੁਆਰਾ ਭੇਜੀ ਟੂ ਦ ਬੇਸ ਸਟੇਸ਼ਨ. ਉਸਨੇ ਐਕਨੋਲੇਜਮੈਂਟ ਦੇ ਵਿੱਚ ਮਿਨ ਨੰਬਰ ਭੇਜਿਆ ਐਜ਼ ਐਕਨੋਲੇਜਮੈਂਟ ਦੇ ਵਿੱਚ ਮਿਨ ਨੰਬਰ ਭੇਜਿਆ, ਇੱਕ ESN ਨੰਬਰ ਭੇਜਿਆ ਐਂਡ ਦ ਸਟੇਸ਼ਨ ਕਲਾਸ ਮਾਰਕਸ. all the three things are transmitted from the mobile to the base station. ਤੇ ਜਦੋਂ base station ਨੂੰ ਆ ਸਾਰਾ ਤਿੰਨੋਂ ਚੀਜ਼ਾਂ ਮਿਲਦੀਆਂ that is min number, ESN and class marks, these are received by the base station ਤੇ ਇਹ ਆਪਾਂ ਦੁਆਰਾ ਉਹ MSC ਨੂੰ ਭੇਜ ਦੇਗਾ ਤੇ MSC ਵੈਰੀਫਾਈ ਕਰੇਗਾ ਕਿ ਜੋ min number ਜਾਂ ESN ਨੰਬਰ ਮੇਰੇ ਕੋਲੋਂ ਮੋਬਾਈਲ ਦਾ ਆਇਆ ਹੈ ਫਰੋਮ ਦ ਬੇਸ ਸਟੇਸ਼ਨ ਉਹਨੂੰ ਵੈਰੀਫਾਈ ਕਰੇਗਾ. ਜਦੋਂ ਵੈਰੀਫਿਕੇਸ਼ਨ ਤੋਂ ਬਾਅਦ ਉਹ ਰਿਕੁਐਸਟ ਮੂਵ ਕਰ ਦੇਗਾ ਟੂ ਦ ਕਿ ਹੁਣ ਇਹ ਸਾਰਾ ਵੈਰੀਫਾਈ ਹੋ ਚੁੱਕਾ ਹੈ, ਆਪਣੇ ਕੋਲ ਜੋ ਬੰਦੇ ਨੇ ਗੱਲ ਮੋਬਾਈਲ ਦਾ ਜੋ ਰਿਕਾਰਡ ਭੇਜਿਆ ਇਜ਼ ਵੈਰੀਫਾਈਡ, ਮਤਲਬ ਕਿ ਉਹ ਅਜੇ ਉਹਦੇ ਕੋਲ ਬੈਲੈਂਸ ਇਨਕੁਆਇਰੀ ਹੈ ਜਾਂ ਉਹਦੇ ਕੋਲ ਬੈਲੈਂਸ ਹੈ ਐਂਡ ਆਲ ਵੈਲਿਡਿਟੀਜ਼ ਪ੍ਰੋਵਾਈਡਡ ਟੂ ਇਟ. ਤਾਂ ਉਹ ਸਭ ਕੁਝ ਵੈਰੀਫਾਈ ਕਰਨ ਤੋਂ ਬਾਅਦ ਉਹ ਰਿਕੁਐਸਟ ਭੇਜੇਗਾ BSC ਨੂੰ ਕਿ ਇੱਕ ਅਨਯੂਜ਼ਡ ਵੌਇਸ ਚੈਨਲ ਪੇਅਰ ਉਸਨੂੰ ਪ੍ਰੋਵਾਈਡ ਕਰੇ ਤਾਂ ਕਿ ਉਹ ਕਮਿਊਨੀਕੇਟ ਕਰ ਸਕੇ. ਇਹ ਰਿਕੁਐਸਟ ਹੈ ਇਹ ਬੇਸ ਸਟੇਸ਼ਨ ਕੋਲ ਜਾਏਗੀ
ਬੇਸ ਸਟੇਸ਼ਨ ਇਸ ਨੂੰ ਦੁਬਾਰਾ ਰਿਸੀਵ ਕਰ ਲੇਗਾ ਇਸ ਰਿਕੁਐਸਟ ਨੂੰ, ਤੇ ਇਸ ਵਾਸਤੇ ਉਹ ਸਪੈਸੀਫਾਈਡ ਵੌਇਸ ਚੈਨਲ ਮੋਬਾਈਲ ਨੂੰ ਭੇਜੇਗਾ, ਟਰਾਂਸਮਿਟ ਕਰੇਗਾ। ਤੇ ਇਸ ਤੋਂ ਬਾਅਦ ਜਿਹੜੀ ਕਨੈਕਟੀਵਿਟੀ ਬਣ ਜਾਏਗੀ ਬਿਟਵੀਨ ਦ MSC ਐਂਡ ਦ ਮੋਬਾਈਲ ਸਟੇਸ਼ਨ, ਐਂਡ ਦੈਟ ਇਜ਼ ਜੋ ਤੁਹਾਡੇ ਕੋਲ PSTN ਤੋਂ ਕਾਲ ਆਈ ਸੀ ਉਸਦੀ ਕਨੈਕਟੀਵਿਟੀ ਬਣ ਜਾਏਗੀ ਵਿਦ ਮੋਬਾਈਲ, ਐਂਡ ਇਨ ਦਿਸ ਵੇ ਯੂ ਕੈਨ talk with the person with from the PSTN to your mobile station, and your communication had started now. ਨੈਕਸਟ ਇਜ਼ ਜਦੋਂ ਤੁਸੀਂ ਮੋਬਾਈਲ ਟੂ ਮੋਬਾਈਲ ਕਮਿਊਨੀਕੇਸ਼ਨ ਕਰਨੀ ਹੈ ਤਾਂ ਕੀ ਪ੍ਰੋਸੈਸ ਹੁੰਦਾ ਹੈ। ਮੈਂ ਜਿਵੇਂ ਮੈਂ ਇੱਕ ਆਪਣਾ ਨੰਬਰ ਲਿੱਤਾ, ਆਈ ਹੈਵ ਸਮ ਨੰਬਰ, ਤੇ ਮੈਂ ਕਿਸੇ ਹੋਰ ਨੰਬਰ ਤੇ ਕਾਲ ਕਰਨੀ ਹੈ ਤਾਂ ਕੀ ਪ੍ਰੋਸੈਸਿੰਗ ਹੋਏਗੀ ਇਨ ਬਿਟਵੀਨ ਇਟ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਕਿ ਮੈਂ ਜਿਸ ਨੂੰ ਕਾਲ ਕਰਨੀ ਹੈ ਉਸਦਾ ਮਿਨ ਨੰਬਰ ਭੇਜੂੰਗਾ ਟੂ ਦ ਬੇਸ ਸਟੇਸ਼ਨ। ਬੇਸ ਸਟੇਸ਼ਨ ਕੋਲ ਭੇਜੂੰਗਾ ਤਾਂ ਉਹ ਮੇਰਾ ਮਿਨ ਨੰਬਰ ਰਿਸੀਵ ਕਰ ਲੇਗਾ, ਕਿਉਂਕਿ ਜਿਹੜਾ ਉਹਨੇ ਰਿਸੀਵ ਕੀਤਾ ਤੇ ਇੱਕ ESN ਐਂਡ ਕਲਾਸ ਮਾਰਕਸ ਆਰ ਆਲਸੋ ਐਡਿਡ ਬਾय ਦ ਬੇਸ ਸਟੇਸ਼ਨ, ਤੇ ਉਹ MSC ਕੋਲ ਜਾਣਗੇ। MSC ਨੇ ਕੀ ਕਰਨਾ ਹੈ, ਉਹ ਸਾਰਾ ਪ੍ਰੋਸੈਸਿੰਗ ਚੈੱਕ ਕਰੇਗਾ, ਵੈਰੀਫਾਈ ਕਰੇਗਾ ਮਿਨ ਨੰਬਰ ਐਂਡ ESN ਨੰਬਰ, ਤੇ ਉਹ ਨੈਕਸਟ ਆਪਣੇ ਦੈਟ ਇਜ਼ ਫਾਰਵਰਡ ਚੈਨਲ ਦੇ ਉੱਤੇ ਕਾਲ ਓਰੀਜਿਨੇਟ ਟੂ ਦ ਮੂਵ ਮੋਬਾਈਲ ਟੂ ਦ ਪੇਅਰ ਟੂ ਦ ਵੌਇਸ ਚੈਨਲ, ਕਿ ਵੌਇਸ ਕਮਿਊਨੀਕੇਸ਼ਨ ਕਰਾਉਣ ਵਾਸਤੇ ਉਹ ਭੇਜ ਦੇਗਾ ਰਿਕੁਐਸਟ, ਤਾਂ ਉਹ ਸਾਰੇ ਦੀ ਸਾਰੀ ਜਿਹੜੀ ਰਿਕੁਐਸਟ ਹੈ ਟੂ ਦ ਬੇਸ ਸਟੇਸ਼ਨ ਤੇ ਟਰਾਂਸਮਿਟ ਕੀਤੀ ਜਾਏਗੀ। ਤੇ ਦੂਸਰੇ ਪਾਸੇ ਜਦੋਂ ਉਸਦਾ ਮਿਨ ਨੰਬਰ ਜਿਸ ਮੋਬਾਈਲ ਨਾਲ ਆਪਾਂ ਕਮਿਊਨੀਕੇਟ ਕਰਨਾ ਸੀ ਉਸਦਾ ਮਿਨ ਨੰਬਰ ਉਸ ਨੂੰ ਰਿਸੀਵ ਹੋ ਜਾਏਗਾ, ਤਾਂ ਉਹ ਇੱਕ ਹੋਰ ਵੌਇਸ ਚੈਨਲ ਫ੍ਰੀ ਕਰਕੇ PSTN ਦੇ ਉੱਤੇ ਮੂਵ ਕਰੇਗਾ। ਜਦੋਂ PSTN ਦੇ ਨਾਲ ਉਸਦੀ ਕਨੈਕਟੀਵਿਟੀ ਬਣ ਜਾਏਗੀ, ਦੈਟ ਇਜ਼ ਦ ਕਾਲਿੰਗ ਪਾਰਟੀ ਇਜ਼ ਔਨ ਨਾਓ, ਤੇ ਉਸ ਤੋਂ ਬਾਅਦ ਦੋਨਾਂ ਦੀ ਕਨੈਕਟੀਵਿਟੀ ਬਣ ਜਾਏਗੀ। ਜਦੋਂ ਕਨੈਕਟੀਵਿਟੀ ਬਣੇਗੀ ਉਸ ਤੋਂ ਬਾਅਦ ਡਾਟਾ ਟ੍ਰਾਂਸਫਰਿੰਗ ਸ਼ੁਰੂ ਹੋ ਜਾਏਗੀ, ਦੈਟ ਮੀਨਸ ਵੌਇਸ from your mobile to the other mobile and from other mobile to your mobile has started, that is begin voice transmission and begin voice reception, दोनों काम simultaneously होने लग जाएंगे। next is your AMPS. AMPS is advanced mobile phone systems। ਜਦੋਂ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਪਹਿਲਾਂ 1980s ਦੇ ਅਰਾਊਂਡ ਇਹ ਸ਼ੁਰੂ ਕੀਤੀ ਗਈ ਸੀ ਟੈਕਨੀਕ। It is also known as the first generation technique. First generation ਦਾ ਆਪਾਂ ਇਹ ਕਹਿ ਸਕਦੇ ਹਾਂ ਕਿ it is used is a basic analog communication ਹੀ use ਹੁੰਦੀ ਸੀ, that is your analog modulation principles are used. ਇਹਦਾ functioning is similar with GSM, ਕਿ ਇੱਕੋ ਹੀ ਆਪਾਂ ਨੈਟਵਰਕ ਦੇ ਵਿੱਚ ਬੇਸ ਸਟੇਸ਼ਨਸ ਲਗਾ ਦਿੰਦੇ ਸੀ ਤੇ ਉਹਨਾਂ ਦੀ ਕਨੈਕਟੀਵਿਟੀ MSC ਕੋਲ ਰਹਿੰਦੀ ਸੀ, ਤੇ MSC decides about all the things ਕਿਵੇਂ ਹੈਂਡ ਆਫ ਕਰਨਾ ਹੈ। ਬਾਕੀ the process of AMPS is very much similar with the GSM। ਤਾਂ AMPS ਜਿਹੜੀ ਸੀ ਇਹ ਫਸਟ ਜਨਰੇਸ਼ਨ ਟੈਕਨੋਲੋਜੀ ਸੀ, ਤੇ ਇਹਦੇ 'ਚ 30 MHz ਦੀ ਬੈਂਡਵਿਡਥ ਆਪਾਂ ਯੂਜ਼ ਕਰਦੇ ਸੀਗੇ, ਤੇ ਇਹ ਸਭ ਤੋਂ ਪਹਿਲਾਂ ਨਾਰਥ ਅਮਰੀਕਾ ਦੇ ਵਿੱਚ ਸਟਾਰਟ ਕੀਤੀ ਗਈ ਸੀ, ਤੇ ਇਸੇ ਦੇ ਨਾਲ ਯੂਰਪੀਅਨ ਕੰਟਰੀਜ਼ ਦੇ ਵਿੱਚ ETACS is also started, which is similar to AMPS. AMPS and ETACS, the process of the communication is same, but the origin of AMPS is in North America and ETACS in European countries. This is just the basic structure. See this diagram, this is the basic structure of AMPS, that is AMPS mobile phone, and now the principle for this is used in GSM also. This allowed a large number of phones to be supported over geographical area. ਜਿਹੜੇ ਲਿਮਿਟਡ ਏਰੀਆਜ਼ ਹੁੰਦੇ ਹੈ ਉਹਨਾਂ ਦੇ ਵਿੱਚ ਇਹਨਾਂ ਨੂੰ ਪਰਟੀਕੂਲਰਲੀ ਯੂਜ਼ ਕੀਤਾ ਜਾਂਦਾ। ਨੈਕਸਟ ਇਜ਼ ਯੋਰ ਇਸਦੇ ਵਿੱਚ ਜੋ ਫ੍ਰੀਕੁਐਂਸੀ ਬੈਂਡ ਐਲੋਕੇਟ ਕੀਤਾ ਗਿਆ ਹੈ that is 824 to 849 megahertz for your that is forward band, and 869 to 894 megahertz for the uplink traffic. ਦੋ ਆਪਣੇ ਕੋਲ FDD bands ਬਣਦੇ ਹੈ, one is your forward band, another is your reverse band, and these are the two frequencies allocated for this। ਹੁਣ ਜਦੋਂ AMPS ਦੇ ਵਿੱਚ ਟਰਾਂਸਮਿਸ਼ਨ ਹੁੰਦੀ ਹੈ ਤਾਂ ਇਸ ਦੇ ਵਿੱਚ ਦੋ ਟਾਈਪਸ ਦੇ ਸਿਗਨਲ ਬੇਸਿਕਲੀ ਯੂਜ਼ ਕੀਤੇ ਜਾਂਦੇ ਹੈ। one is your SAT tone, another is your VMAC, and SAT is your supervisory audio tone and VMAC is mobile attenuation code। ਜਿਹੜਾ SAT ਦਾ ਕੀ ਫੰਕਸ਼ਨ ਹੈ, SAT ਦਾ ਕੰਮ ਇੰਨਾ ਹੁੰਦਾ ਹੈ ਕਿ ਸਿਰਫ ਉਹ ਚੈੱਕ ਰੱਖਦਾ ਹੈ ਕਿ ਕਿੰਨੀ ਕੁ ਦੇਰ
ਆਪਾਂ ਕਿਸੇ ਬੇਸ ਸਟੇਸ਼ਨ ਦੇ ਨਾਲ ਕਨੈਕਟੀਵਿਟੀ ਦੇ ਵਿੱਚ ਰਹਿ ਸਕਦੇ ਹਾਂ। ਐਂਡ VMAC ਦਾ ਕੀ ਕੰਮ ਹੈ, ਇਹ ਕਰਦਾ ਹੈ ਕਿ ਜਿਹੜਾ ਆਪਣਾ ਕਾਲਿੰਗ ਜਦੋਂ ਕਾਲ ਕਰਨੀ ਹੈ ਤਾਂ ਆਪਾਂ ਨੂੰ ਵੌਇਸ ਚੈਨਲ ਜੋ ਪ੍ਰੋਵਾਈਡ ਕਰਨਾ ਹੈ that is provided by the VMAC। ਇਸ ਦੇ ਨਾਲ ਹੀ ਆਪਣੇ ਕੋਲ ਬਲੈਂਕ ਐਂਡ ਬਰਸਟ ਮੋਡ ਇਜ਼ ਪ੍ਰੋਵਾਈਡਡ ਟੂ ਇਨੀਸ਼ੀਏਟ ਹੈਂਡਸ ਆਫ। ਜਦੋਂ ਇੱਕ ਨੈਟਵਰਕ ਤੋਂ ਆਪਾਂ ਦੂਸਰੇ ਨੈਟਵਰਕ ਵੱਲ ਮੂਵ ਕਰੀਏ, that means if we are moving from one cell to the another cell, the MSC helps you to hand off the process with the help of your blank and burst modes. In AMPS, the decisions are taken by the MSC, not by the BSC. MSC will decide which to where you have to transmit your data from to which station, from one base station to the another base station. Next is your GSM, that is Global System for Mobile। ਤੁਸੀਂ normally ਦੇਖਦੇ ਹੋ ਕਿ ਜਿਹੜੇ ਆਪਾਂ ਅੱਜ ਕੱਲ੍ਹ phones use ਕਰਦੇ ਹਾਂ, that is your Airtel network, your Tata is also giving mobile in form of Docomo, that is Tata Docomo, Airtel, Hutch, Spice, Idea, all these are the GSM networks। ਇਹ ਸਾਰੇ ਕੰਪਨੀਜ਼ ਆਪਾਂ ਨੂੰ GSM ਦਾ ਨੈਟਵਰਕ ਪ੍ਰੋਵਾਈਡ ਕਰਦੀਆਂ, and this GSM is the second generation technology। ਜਿਹੜੀ AMP ਸੀਗੀ that is your first generation technology and GSM is your second generation technology। ਤੇ ਇਹ ਸਟਾਰਟਿੰਗ ਦੇ ਵਿੱਚ ਓਰੀਜਨੇਟ ਹੋਈ ਸੀ ਇਨ ਦ ਯੂਰੋਪੀਅਨ ਕੰਟਰੀਜ਼। ਇਹ ਉਹਨਾਂ ਨੇ ਸਿਰਫ ਆਪਣੇ ਥੋੜੇ ਬਹੁਤ ਏਰੀਆਜ਼ ਨੂੰ ਆਪਸ ਵਿੱਚ ਕਨੈਕਟੀਵਿਟੀ ਬਣਾਉਣ ਵਾਸਤੇ GSM ਨੂੰ ਯੂਜ਼ ਕੀਤਾ ਸੀ, ਬਟ ਵਿਦ ਦਿਸ ਰਿਸਰਚ ਹੌਲੀ 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 ਕਰਕੇ ਇਹ ਸਾਰੇ ਰਿਸਰਚ all over the world ਇਹ describe ਹੋ ਗਈ। in by the end of 1993 several non-European countries in Asia, Australia had adopted GSM। ਤੇ by 2001 350 million GSM subscribers around the world are available। ਤਾਂ ਇਸ ਤਰੀਕੇ ਦੇ ਨਾਲ ਇਹ ਟੈਕਨੋਲੋਜੀ ਬਹੁਤ ਹੀ ਐਡਵਾਂਸਮੈਂਟ ਦੇ ਨਾਲ ਐਂਡ ਬਹੁਤ ਹੀ ਜਲਦੀ ਪੂਰੇ ਵਰਲਡ ਦੇ ਵਿੱਚ ਫੈਲ ਗਈ। ਨੈਕਸਟ ਇਜ਼ ਹਾਊ ਦ GSM ਕਮਿਊਨੀਕੇਟਸ। ਹੁਣ ਆਪਾਂ ਪੜ੍ਹ ਤਾਂ ਰਹੇ ਹਾਂ ਕਿ GSM ਇਜ਼ ਵੈਰੀ ਗੁੱਡ ਟੈਕਨੋਲੋਜੀ ਆਪਣੇ ਕੋਲ, ਬਟ ਇਹ ਕਿਵੇਂ ਕੰਮ ਕਰਦੀ ਹੈ ਉਹ ਆਪਾਂ ਹੁਣ ਇਹ ਸਟੱਡੀ ਕਰਦੇ ਹਾਂ। ਆਪਣੇ ਕੋਲ ਜਿਵੇਂ ਇਹ ਇੱਕ ਮੋਬਾਈਲ ਫੋਨ, ਤੁਹਾਡੇ ਕੋਲ ਮੋਬਾਈਲ ਹੁੰਦਾ, ਦੈਟ ਇਜ਼ ਯੋਰ ਮੋਬਾਈਲ ਫੋਨ। ਇਹ ਮੋਬਾਈਲ ਫੋਨ ਦੇ ਵਿੱਚ ਇੱਕ ਸਿਮ ਐਂਟਰ ਕੀਤਾ ਜਾਂਦਾ, ਦੈਟ ਇਜ਼ ਸਬਸਕ੍ਰਾਈਬਰਸ ਆਈਡੈਂਟੀਟੀ ਮੋਡਿਊਲ, ਜੋ ਸਬਸਕ੍ਰਾਈਬਰ ਦੀ ਪੂਰੀ ਆਈਡੈਂਟਿਟੀ ਦੱਸੇਗਾ। this phone is connected with the BTS, this mobile phone is connected with this BTS, that is base transmission stations। ਹੁਣ ਜਿਹੜਾ ਇਹ ਜਿੰਨੇ ਵੀ ਮੋਬਾਈਲ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਹੋਣਗੇ, that area is in hexagonal shape, ਤਾਂ ਉਹ ਸਾਰੇ ਇੱਕ BTS ਪਾਰਟਿਕੂਲਰ ਦੇ ਨਾਲ ਕਨੈਕਟਡ ਹੋਣਗੇ। ਤੇ ਇਸ ਜਿੰਨੇ ਵੀ ਉਸ ਏਰੀਆ ਦੇ ਵਿੱਚ BTS ਹੈ ਉਹ ਸਾਰੇ BSC ਦੇ ਨਾਲ ਕਨੈਕਟਡ ਹੋਣਗੇ। BTS is the base transmission station and BSC is the base subscriber stations ਹੁੰਦਾ। ਤੇ ਇੱਥੇ ਜਿਹੜੇ ਸਾਰੇ BTS ਹੈ they all are connected with BSC। ਇਸ ਤਰੀਕੇ ਨਾਲ a number of BSCs are available ਤੇ ਇਹ ਸਾਰੇ BSCs connected ਹੋਣਗੇ with MSC। MSC is the main switching center। ਹੁਣ ਜਦੋਂ ਤੁਸੀਂ ਮੋਬਾਈਲ 'ਤੇ ਗੱਲ ਕਰਨਾ ਚਾਹੁੰਦੇ ਹੋ ਤਾਂ ਇੱਥੋਂ ਸਿਗਨਲ ਕਿਹਨੂੰ ਜਾਏਗਾ, BTS ਨੂੰ। BTS ਜਿਹੜੇ ਆਪਾਂ ਨੋਰਮਲੀ ਦੇਖਦੇ ਹਾਂ, ਆਪਾਂ ਕਹਿੰਦੇ ਟਾਵਰਸ ਲੱਗੇ ਹੋਏ ਹੈ, ਉਹ ਟਾਵਰਸ ਆਰ ਬੇਸਿਕਲੀ BTS। ਉਹ ਸਾਰੇ BTS ਹੁੰਦੇ ਆ ਤੇ ਉਹ ਸਾਰੇ BTS ਅੱਗੇ BSC ਨਾਲ ਕਨੈਕਟਡ ਹੁੰਦੇ ਆ। ਇਹ ਹਰ ਏਰੀਆ ਵਾਈਜ਼ BSC ਹੁੰਦੇ ਆ। ਇਹ ਜਿਵੇਂ ਇੱਕ ਪਾਰਟਿਕੂਲਰਲੀ ਰਾਜਪੁਰੇ ਦਾ BSC ਹੋ ਗਿਆ, ਇੱਕ ਆਪਣਾ ਚੰਡੀਗੜ੍ਹ ਦਾ BSC ਹੋ ਗਿਆ, ਇੱਕ ਪਟਿਆਲੇ ਦਾ BSC ਹੋ ਗਿਆ। ਇਸ ਤਰ੍ਹਾਂ ਨੋਰਮਲ ਜਿੰਨੇ ਵੀ ਉਸ ਏਰੀਆ ਦੇ ਅਗਰ ਕਨੈਕਟੀਵਿਟੀ ਦੇਖਦੇ ਹਾਂ ਤਾਂ ਸਾਰੇ BSCs ਦੇ all are connected with this MSC, main switching center। ਤੇ ਇਹ MSC ਅੱਗੇ ਅਗਲੇ MSCs ਨਾਲ ਕਨੈਕਟਡ ਹੋਏਗਾ, ਇੰਟਰਕਨੈਕਟਡ। ਬਟ ਦਿਸ MSC ਅਗਰ ਆਪਾਂ ਇਸ MSC ਤੋਂ ਬਾਹਰ ਜਾਂਦੇ ਹਾਂ ਤਾਂ ਹੀ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਆਪਣਾ ਫੋਨ ਆਊਟ ਆਫ ਰੋਮਿੰਗ 'ਚ ਜਾ ਰਿਹਾ। ਤੇ ਇਸ MSC ਦੇ ਉੱਤੇ ਆਪਣੇ ਕੋਲ ਬੇਸਿਕ ਦੋ ਤਿੰਨ ਫੰਕਸ਼ਨਸ ਪਰਫਾਰਮ ਕੀਤੇ ਜਾਂਦੇ ਆ। ਪਹਿਲੀ ਗੱਲ ਤਾਂ ਸਾਰੀ ਦੀ ਸਾਰੀ ਕਮਿਊਨੀਕੇਸ਼ਨ ਕੰਟਰੋਲ ਇਜ਼ ਡਨ ਬਾਈ ਦਿਸ MSC।
ਤੇ ਇਹ MSC ਤੋਂ ਅੱਗੇ ਕਨੈਕਟੀਵਿਟੀ ਇਸ ਵਿੱਚ ਕੁਝ ਡਾਟਾਬੇਸ ਜਾਂ ਰਜਿਸਟਰਸ ਅਵੇਲੇਬਲ हैं, दैट इज़ EIR ਇਕੁਇਪਮੈਂਟ ਆਇਡੈਂਟੀ ਰਜਿਸਟਰ। ਕਿ ਜਦੋਂ ਜਿਹੜਾ ਮੋਬਾਈਲ ਫੋਨ ਤੁਸੀਂ ਨਾਰਮਲੀ ਦੇਖਦੇ ਹੋਵੋਗੇ ਪੁਲਿਸ ਵਾਲੇ ਅੱਜ ਕੱਲ੍ਹ ਟਰੈਕ ਕਰ ਸਕਦੇ ਹੈ ਕਿ ਕਿੰਨੇ ਕਿ ਜੇ ਕਿਸੇ ਦਾ ਤੁਹਾਡਾ ਫੋਨ ਚੋਰੀ ਹੋ ਗਿਆ ਤਾਂ ਪੁਲਿਸਮੈਨ ਕੈਨ ਟਰੈਕ। ਉਹ ਕਿਵੇਂ ਟਰੈਕ ਕਰ ਸਕਦੇ ਹੈ? ਕਿਉਂਕਿ ਜਦੋਂ ਤੁਸੀਂ ਆਪਣਾ ਕੋਈ ਮੋਬਾਈਲ ਫੋਨ ਯੂਜ਼ ਕਰਦੇ ਹੋ ਤਾਂ ਉਸ ਜਿਹੜਾ ਤੁਹਾਡਾ ਸਰਵਿਸ ਪ੍ਰੋਵਾਈਡਰ ਹੈ ਉਸਦੇ MSC ਦੇ ਵਿੱਚ ਤੁਹਾਡਾ ਜਿਹੜਾ ਇਕੁਇਪਮੈਂਟ ਦਾ ਦਿਸ ਮੋਬਾਈਲ ਫੋਨ ਦਾ EIR ਨੰਬਰ ਵੀ ਸਟੋਰ ਹੋ ਜਾਂਦਾ ਹੈ। ਤੇ ਬਾਈ ਚਾਂਸ ਅਗਰ ਕੋਈ ਹੋਰ ਮੋਬਾਈਲ ਕੋਈ ਹੋਰ ਜਣਾ ਆਪਣਾ ਸਿਮ ਤੁਹਾਡੇ ਮੋਬਾਈਲ ਦੇ ਵਿੱਚ ਪਾਏਗਾ ਤਾਂ ਉੱਥੇ ਸਰਚ ਕੀਤਾ ਜਾ ਸਕਦਾ ਹੈ ਕਿ ਇਹ ਪਹਿਲਾ EIR ਨੰਬਰ ਕਿਸ ਦਾ ਸੀ ਤੇ ਇਹ ਹੁਣ ਨੈਕਸਟ EIR ਨੰਬਰ ਵਾਲਾ ਸੇਮ ਕੌਣ ਯੂਜ਼ ਕਰ ਰਿਹਾ। that is EIR is equipment identity register ਤੁਹਾਡੇ ਉਹ ਮੋਬਾਈਲ ਦਾ ਹੋਏਗਾ। next is your AUC, that is authentication check is performed here, and HLR is your home location register ਕਿ ਤੁਸੀਂ ਆਪਣੇ ਲੋਕਲ ਏਰੀਆ ਦੇ ਵਿੱਚੋਂ ਰੋਮਿੰਗ ਵਿੱਚ ਤਾਂ ਨਹੀਂ ਹੋ। ਐਂਡ VLR ਵਿਜ਼ਟਰ ਲੋਕੇਸ਼ਨ ਰਜਿਸਟਰ, ਅਗਰ ਕੋਈ ਤੁਹਾਡੇ ਕੋਲ ਬਾਹਰੋਂ ਨੈਟਵਰਕ ਤੋਂ ਆ ਰਿਹਾ ਦੈਟ ਮੀਨਸ ਕੋਈ ਤੁਹਾਡੇ ਕੋਲ ਰੋਮਿੰਗ ਦੇ ਵਿੱਚ ਆ ਰਿਹਾ ਤਾਂ ਉਹ ਸਾਰਾ ਰਿਕਾਰਡ ਇਜ਼ ਕ੍ਰੀਏਟਡ ਬਾਈ VLR। ਤੇ ਇਸ MSC ਦੇ ਵਿੱਚ ਇੱਕ OMC ਵੀ ਹੁੰਦਾ ਦੈਟ ਇਜ਼ ਸਾਰੇ ਦੀ ਸਾਰੀ ਮੇਨਟੇਨੈਂਸ ਕਰਨੀ, ਬਿਲਿੰਗ ਕਰਨੀ, all functions are performed by that software. Now this MSC is further connected with different MSCs ਤੇ ਇਸ ਤਰੀਕੇ ਨਾਲ ਪੂਰਾ ਦਾ ਪੂਰਾ ਤੁਹਾਡਾ ਇੱਕ ਨੈਟਵਰਕ ਇਸਟੈਬਲਿਸ਼ ਹੋ ਜਾਂਦਾ ਹੈ ਫॉर द ਮੋਬਾਈਲ ਕਮਿਊਨੀਕੇਸ਼ਨ। ਹੁਣ ਇਸ ਦੇ ਵਿੱਚ ਦੇਖੋ ਕਿ ਮੈਂ ਪਹਿਲਾਂ BTS ਦੱਸਿਆ ਸੀ, BTS ਇਸ ਤਰ੍ਹਾਂ ਦਾ ਟਾਵਰ ਹੁੰਦਾ, ਇਹ ਤੁਸੀਂ ਨਾਰਮਲੀ ਦੇਖਿਆ ਹੋਏਗਾ ਆਪਣੇ ਘਰ ਦੇ ਆਸ-ਪਾਸ ਦੇਖੋ। ਤੇ ਇਸ ਦਾ ਕੀ ਕੰਮ ਹੁੰਦਾ ਹੈ? ਇੱਕ ਤਾਂ ਵਾਇਰਲੈਸ ਟਰਾਂਸਮਿਸ਼ਨ ਕਰਨਾ, ਵਾਇਰਲੈਸ ਡਾਈਵਰਸਿਟੀ ਕਿਸ ਤਰ੍ਹਾਂ ਦੀ ਹੋਏਗੀ, ਚੈਨਲ ਦੀ ਇਨਕ੍ਰਿਪਸ਼ਨ ਇਸਨੇ ਕਰਨੀ ਹੈ ਤੇ ਕਨਵਰਜਨ ਆਫ ਵਾਇਰਡ ਟੂ ਵਾਇਰਲੈਸ ਸਿਗਨਲ, ਇੱਥੇ ਤੱਕ ਸਾਰਾ ਸਿਗਨਲ ਵਾਇਰਡ ਫਾਰਮ 'ਚ ਆਏਗਾ, ਉਸ ਤੋਂ ਬਾਅਦ ਉਹਨੂੰ ਵਾਇਰਲੈਸ ਬਣਾਉਣਾ ਇਸ ਦਾ ਕੰਮ ਹੈ, ਫ੍ਰੀਕੁਐਂਸੀ ਹੋਪਿੰਗ ਕਰਨਾ ਇਸ ਦਾ ਕੰਮ ਹੈ। ਐਂਡ ਬੇਸ ਬੈਂਡ ਯੂਨਿਟ ਕੀ ਕਰੇਗਾ? ਵੌਇਸ ਐਂਡ ਡਾਟਾ ਸਪੀਡ ਅਡੈਪਟਿੰਗ ਐਂਡ ਚੈਨਲ ਕੋਡਿੰਗ ਕਰੇਗਾ। RF ਯੂਨਿਟ ਇਸ ਦਾ ਕੀ ਕਰੇਗਾ? ਮੋਡੂਲੇਸ਼ਨ ਤੇ ਡੀਮੋਡੂਲੇਸ਼ਨ ਦਾ ਪ੍ਰੋਸੈਸ ਕਰੇਗਾ। ਐਂਡ ਕਾਮਨ ਕੰਟਰੋਲ ਯੂਨਿਟ ਆਫ BTS ਦਾ ਆਪਰੇਸ਼ਨ ਤੇ ਉਸਦੀ ਮੇਨਟੇਨੈਂਸ ਕਰੇਗਾ। ਇਹ ਸਾਰਾ ਇਸ ਟਾਵਰ ਦੇ ਵਿੱਚ ਹੀ ਇਹ ਫੰਕਸ਼ਨਸ ਪਰਫਾਰਮ ਹੁੰਦੇ। ਕਿਵੇਂ ਸਿਗਨਲ ਜਾਣਾ ਹੈ from one mobile end to the another mobile end. Next is your base station controller, उसने की करना है वायरलेस लिंक डिस्ट्रीब्यूशन बिटवीन MS and BTS, दोनों की कनेक्टिविटी बनाएगा। कम्युनिकेशन कनेक्शन एंड डिसकनेक्शन, कम्युनिकेशन करनी है नहीं करनी वो देखेगा। your handover process, paging process, MS location, voice encoding and trans encoding rate adaptation, all these functions are performed by the BSC। ਤੇ MSC ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ all the switching functions and the manages the necessary radio resources like updating the locator location registration, carrying out the inter BSC and inter MSC tenders. This is formed, that is all the controlation process is done by this MSC। and interworking with other networks, ਕਿਸੇ ਹੋਰ network ਨਾਲ connectivity ਕਰਨੀ ਹੈ that is done by the IWF। next is home location register, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਅਗਰ ਤੁਸੀਂ ਆਪਣੇ ਰੀਜਨ ਦੇ ਵਿੱਚ ਹੋ that is your home location, ਪਰ ਅਗਰ ਤੁਸੀਂ roaming ਦੇ ਵਿੱਚ ਚਲੇ ਜਾਂਦੇ ਹੋ that is becomes your visitor location register। ਤਾਂ HLR ਕੀ ਕਰੇਗਾ? ਜਿਹੜਾ ਮੋਬਾਈਲ ਸਬਸਕ੍ਰਾਈਬਰ ਦਾ ਡਾਟਾਬੇਸ ਹੈ ਉਸਦੀ ਸਾਰੀ ਇਨਫੋਰਮੇਸ਼ਨ ਕਲੈਕਟ ਕਰਕੇ ਰੱਖੇਗਾ। ਅ ਪਾਰਟ ਆਫ ਮੋਬਾਈਲ ਲੋਕੇਸ਼ਨ ਇਨਫੋਰਮੇਸ਼ਨ ਕਿੱਥੇ ਤੁਹਾਡਾ ਮੋਬਾਈਲ ਹੈ ਉਹ ਕਨੈਕਟ ਕਰੇਗਾ। ਤੇ ਤਿੰਨ ਆਈਡੈਂਟੀਕਲ ਆਈਡੈਂਟੀਜ਼ ਅਸੈਂਸ਼ੀਅਲ ਉਸਦੇ ਵਾਸਤੇ ਤਿੰਨ ਇੰਪੋਰਟੈਂਟ ਕੰਮ ਕੀ ਹੈ? that is the that is international mobile subscriber identity, IMSI number रखेगा, the mobile station ISDN number and VLR address। ਹੁਣ AUC and EIR ਕੀ ਸੀਗੇ? providing the authentication key used for the authorizing the subscriber access to the associated GSM। then EIR equipment identity register, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹਰ ਮੋਬਾਈਲ ਦਾ ਆਪਣਾ ਇੱਕ EIR ਨੰਬਰ ਹੁੰਦਾ which is used to track which mobile phone is used for a particular SIM। then hand offing the mobile station equipment identity, all these processes are performed
ਨੈਕਸਟ ਇਜ਼ ਯੋਰ VLR, that is visitor location register। ਹੁਣ ਜਿਵੇਂ ਕੋਈ ਤੁਹਾਡੇ ਕੋਲ ਰੋਮਿੰਗ ਦੇ ਵਿੱਚ ਆ ਗਿਆ, ਤਾਂ ਰੋਮਿੰਗ ਦੀ ਵੀ ਤਾਂ ਆਪਾਂ ਨੂੰ ਕਨੈਕਟੀਵਿਟੀ ਨੈਟਵਰਕ ਦੇ ਵਿੱਚ ਬਣਾਉਣੀ ਪਏਗੀ। ਉਹ ਸਾਰਾ ਰਿਕਾਰਡ ਜਿਹੜਾ ਮੇਨਟੇਨ ਕੀਤਾ ਜਾਂਦਾ, that is by the visitor location register। It dynamically stores subscribers information needed to handle incoming and outgoing calls। ਜਿਹੜੀਆਂ ਰੋਮਿੰਗ ਦੇ ਵਿੱਚ ਇਨਕਮਿੰਗ ਜਾਂ ਆਊਟਗੋਇੰਗ ਕਾਲਸ ਹੈ ਉਹ ਸਾਰੀਆਂ ਇਹਨੇ ਰੱਖਣੀ ਹੈ। ਮੋਬਾਈਲ ਸਟੇਸ਼ਨ ਰੋਮਿੰਗ ਨੰਬਰ, ਰੋਮਿੰਗ ਦਾ ਰਿਕਾਰਡ ਰੱਖੇਗਾ। ਵੈਨ ਅ ਰੋਮਿੰਗ ਮੋਬਾਈਲ ਐਂਟਰਸ ਐਨ MSC ਏਰੀਆ, ਇੱਕ ਪਰਟੀਕੂਲਰ MSC ਦੇ ਵਿੱਚ ਕੋਈ ਰੋਮਿੰਗ ਦਾ ਮੋਬਾਈਲ ਆਇਆ ਹੈ, this MSC warns the associated VLR of this situation। The mobile enters a registration procedure through which it is assigned a mobile subscriber roaming number। ਇੱਕ ਨੂੰ ਨਵਾਂ ਨੰਬਰ ਮਿਲ ਜਾਂਦਾ ਹੈ, that is MSRN, ਜਦੋਂ ਕਿਸੇ ਹੋਰ ਨੈਟਵਰਕ ਤੋਂ ਉਹ ਹੋਮ ਲੋਕੇਸ਼ਨ ਰਜਿਸਟਰ ਦੇ ਵੱਲ ਆਏਗਾ। then is your temporary mobile subscribers identity if applicable। ਅਗਰ ਥੋੜੀ ਦੇਰ ਵਾਸਤੇ ਉਹਨੂੰ ਆਈਡੈਂਟਿਟੀ ਦੇਣੀ ਹੈ, ਉਹ ਵੀ ਆਪਾਂ ਇਸ ਦੇ ਥਰੂ ਪ੍ਰੋਵਾਈਡ ਕਰਵਾ ਸਕਦੇ ਹਾਂ। the location area in which the mobile has been registered, ਜਿਹੜਾ ਏਰੀਆ ਦੇ ਵਿੱਚ ਆਪਾਂ ਰਜਿਸਟਰ ਕਰ ਰਹੇ ਹਾਂ ਉਸਦਾ ਰਿਕਾਰਡ ਰੱਖਣਾ ਹੈ, ਉਹ ਵੀ VLR ਰੱਖੇਗਾ। ਡਾਟਾ ਰਿਲੇਟਡ ਟੂ ਸਪਲੀਮੈਂਟਰੀ ਸਰਵਿਸਿਜ਼ ਪੈਰਾਮੀਟਰਸ, ਕਿਸ ਤਰ੍ਹਾਂ ਦੀ ਸਰਵਿਸਿਜ਼ ਉਹਨੂੰ ਪ੍ਰੋਵਾਈਡ ਕਰਨੀ ਹੈ, ਆਲ ਦਾ ਰਿਕਾਰਡ ਇਜ਼ ਕੈਪਟ ਬਾਈ ਯੋਰ ਵਿਜ਼ਟਰ ਲੋਕੇਸ਼ਨ ਰਜਿਸਟਰ। ਨਾਓ ਮੈਂ ਤੁਹਾਨੂੰ ਕਿਹਾ ਸੀ ਕਿ ਇਸ ਦੇ ਵਿੱਚ ਸੌਫਟਵੇਅਰ ਯੂਜ਼ ਹੁੰਦਾ, ਦੈਟ ਇਜ਼ ਆਪਰੇਸ਼ਨ ਮੇਨਟੇਨੈਂਸ ਸੈਂਟਰ ਮੇਨਟੇਨਸ ਆਲ ਟੈਲੀਕਾਮ ਹਾਰਡਵੇਅਰ ਐਂਡ ਨੈਟਵਰਕ ਆਪਰੇਸ਼ਨਸ ਵਿਦ ਅ ਪਰਟੀਕੂਲਰ ਮਾਰਕੀਟ। ਇਹਦੇ ਸਾਰੇ ਜਿੰਨੀ ਵੀ ਬਿਲਿੰਗ ਪ੍ਰੋਸੈਸ ਹੈ ਜਾਂ ਕਿੰਨੇ ਪੈਸੇ ਲੈਣੇ ਹੈ, ਇਟ ਆਲ ਦ ਪ੍ਰੋਸੈਸ ਇਜ਼ ਪਰਫਾਰਮਡ ਬਾਈ ਦਾ OMC। ਤੇ ਇਸ ਤੋਂ ਬਾਅਦ ਇਕਵਿਪਮੈਂਟ ਨੂੰ ਮੇਨਟੇਨ ਕਰਨਾ ਇਜ਼ ਆਲਸੋ ਪ੍ਰੋਸੈਸ ਆਫ OMC। ਤੇ ਜਦੋਂ ਵੀ BSC ਤੇ MSC ਨੂੰ ਆਪਸ 'ਚ ਆਪਾਂ ਕਨੈਕਟੀਵਿਟੀ ਬਣਾਉਂਦੇ ਹਾਂ ਤਾਂ ਉਸ ਇੰਟਰਫੇਸ ਨੂੰ ਆਪਾਂ ਇਹ ਇੰਟਰਫੇਸ ਕਹਿੰਦੇ ਹਾਂ। ਅਗਰ BTS ਤੇ BSC ਦੇ ਵਿੱਚ ਆਪਣੀ ਕਨੈਕਟੀਵਿਟੀ ਹੁੰਦੀ ਹੈ, and that interface is known as ABIS interface। now ਦੋ MSCs ਨੂੰ ਤੁਸੀਂ ਆਪਸ ਵਿੱਚ ਕਨੈਕਟ ਕਰਦੇ ਹੋ, then that process is described by the SS7 protocol। this is your 77 signaling protocol ਵੀ ਕਹਿ ਦਿੰਦੇ ਆ ਕਿ ਦੋ MSCs ਨੂੰ ਆਪਸ ਦੇ ਵਿੱਚ ਕਮਿਊਨੀਕੇਟ ਕਰਵਾਉਣਾ ਹੋਵੇ ਜਾਂ ਇੱਕ MSC ਨੂੰ ਦੂਸਰੇ ਨੈਟਵਰਕ ਦੇ ਵਿੱਚ ਕਮਿਊਨੀਕੇਟ ਕਰਵਾਉਣਾ ਹੋਵੇ। ਤੇ ਆਪਣੇ GSM ਦੇ ਵਿੱਚ the main required is IMSI, that is International Mobile Subscriber Identity। this number acts as an identity in your home location। ਜਦੋਂ ਤੁਸੀਂ HLR ਜਾਂ ਦੀ ਗੱਲ ਕਰਦੇ ਹੋ ਤਾਂ ਇਹ IMSI ਨੰਬਰ ਹੀ ਹੁੰਦਾ ਜੋ ਸਟੋਰ ਹੁੰਦਾ ਕਿ ਉਹ ਤੁਹਾਡੀ ਇੱਕ ਪਰਟੀਕੂਲਰ ਇੱਕ ਇੰਟਰਨੈਸ਼ਨਲੀ ਮੋਬਾਈਲ ਦੀ ਸਬਸਕ੍ਰਾਈਬਰਸ ਦੀ ਆਈਡੈਂਟਿਟੀ ਹੁੰਦੀ ਹੈ। ਨੈਕਸਟ ਇਜ਼ this is all about GSM। next is your CDMA। CDMA is code division multiple access। ਹੁਣ ਤੁਸੀਂ ਆਪਣਾ ਦੇਖਿਆ ਹੋਏਗਾ ਕਿ ਜਿਹੜੇ ਮੋਬਾਈਲ ਫੋਨਸ ਆਪਾਂ ਯੂਜ਼ ਕਰਦੇ ਨੈਟਵਰਕ ਦੇ ਵਿੱਚ, that is your Airtel, Hutch, Spice, your Idea, all these are the GSM phones। ਬਟ ਤੁਹਾਡੇ ਕੋਲ ਰਿਲਾਇੰਸ ਦੇ ਫੋਨਸ, ਟਾਟਾ ਇੰਡੀਕੋਮ ਦੇ ਫੋਨਸ ਜਿਹੜੇ ਆਪਣੇ ਕੋਲ ਅਵੇਲੇਬਲ ਹੁੰਦੇ ਆ, ਦੇ ਆਲ ਆਰ CDMA। ਹੁਣ ਤੁਸੀਂ ਫਰਕ ਦੇਖੋ GSM ਤੇ CDMA ਦੇ ਵਿੱਚ ਕੀ ਹੈ। GSM ਦੇ ਵਿੱਚ ਆਪਾਂ ਸਿਰਫ ਸਿਮ, ਆਪਣੇ ਮੋਬਾਈਲ ਉਹੀ ਰਹਿੰਦਾ, ਆਪਾਂ ਸਿਰਫ ਸਿਮ ਚੇਂਜ ਕਰ ਲੈਂਦੇ। ਇੱਕ ਸਰਵਿਸ ਪ੍ਰੋਵਾਈਡਰ ਹੈ, ਉਹਨੇ ਆਪਣਾ ਸਿਮ ਪਾਇਆ, ਦੈਨ ਦੂਸਰੇ ਸਰਵਿਸ ਪ੍ਰੋਵਾਈਡਰ ਦਾ ਆਪਾਂ ਦੂਸਰਾ ਸਿਮ ਪਾ ਸਕਦੇ ਹਾਂ। ਬਟ CDMA ਦੇ ਕੇਸ ਵਿੱਚ ਜਿਹੜਾ ਤੁਹਾਡਾ ਫੋਨ ਹੋਏਗਾ ਉਹ ਹੀ ਸਰਵਿਸ ਪ੍ਰੋਵਾਈਡਰ ਦੇ ਥਰੂ ਪ੍ਰੋਵਾਈਡ ਕੀਤਾ ਜਾਏਗਾ। that means your mobile phone is acting as a SIM or equipment to make the connectivity। but GSM ਦੇ ਵਿੱਚ ਜੋ connectivity ਬਣਦੀ ਸੀ, that connectivity is done by the SIM, not by the mobile phone। mobile phone ਸਿਰਫ ਉਸ SIM ਨੂੰ ਚਲਾਉਂਦਾ ਸੀ, but CDMA ਦੇ ਕੇਸ ਵਿੱਚ ਤੁਹਾਡੇ ਕੋਲ mobile phones are provided by the company। ਸਿਰਫ ਆਹੀ ਰੀਜ਼ਨਸ हैं कि अपने इंडियंस अपनी एक सोच है, we want new phones and decorated phones, but the basic is in CDMA the phones are provided by the company, so we have to take the same phone which is given by the company। we don't have different choices available of the mobile phones as we have in GSM। that's why in India GSM is more popular than CDMA। on the other hand CDMA has more bandwidth than GSM, but still we are using GSM because we want the new phones every day, which is a style statement for us। when the
Now next is CDMA, how the CDMA works. When the multiple users occupy the same band by having different codes, ਉਸ ਦੇ ਵਿੱਚ frequencies transmit ਕੀਤੀਆਂ ਜਾਂਦੀਆਂ ਸੀ from one phone to the base stations, but ਇਸ ਦੇ ਵਿੱਚ base station ਤੋਂ mobile station ਵੱਲ ਇੱਕ codes transmit ਕਰੇ ਜਾਂਦੇ ਹੈ ਤੇ ਉਹ ਹਰ mobile phones ਦਾ ਆਪਣਾ ਇੱਕ particular code ਹੁੰਦਾ ਹੈ। ਅਗਰ ਤੁਹਾਡੇ ਕੋਲ ਇੱਕ ਏਰੀਆ ਦੇ ਵਿੱਚ ਇੱਕ base station ਨੇ 12 ਮੋਬਾਈਲ ਫੋਨਸ ਜਿਹੜੇ ਹੈ CDMA ਦੇ ਕਵਰ ਕੀਤੇ ਹੋਏ ਹੈ ਤਾਂ 12 ਕੋਡਸ ਟਰਾਂਸਮਿਟ ਉਸ ਏਰੀਏ ਦੇ ਵਿੱਚ ਕੀਤੇ ਜਾਣਗੇ। ਸੀ ਦਿਸ ਡਾਇਗਰਾਮ, ਜਿਵੇਂ ਇਹ ਬੇਸ ਸਟੇਸ਼ਨ ਹੈ, ਇਸ ਦੇ ਵਿੱਚ 3 ਫੋਨਸ ਅਵੇਲੇਬਲ ਹੈ ਤਾਂ ਮਤਲਬ 3 ਸਬਸਕ੍ਰਾਈਬਰਸ ਤੁਹਾਡੇ ਕੋਲ ਹੈਗੇ ਹੈ ਤਾਂ ਹਰ ਸਬਸਕ੍ਰਾਈਬਰ ਨੂੰ ਆਪਣਾ ਇੱਕ ਕੋਡ ਮਿਲੇਗਾ ਐਂਡ ਦੈਟ ਕੋਡ ਇਜ਼ ਓਨਲੀ ਜਿਹੜਾ ਉਹਨੂੰ ਟਰਾਂਸਫਾਰਮ ਕਰ ਪਾਏਗਾ ਇਜ਼ ਓਨਲੀ ਦਿਸ ਮੋਬਾਈਲ ਫੋਨ। ਕਿ ਜਿਵੇਂ ਇੱਥੋਂ ਇੱਕ ਪਰਟੀਕੂਲਰ ਕੋਡ ਟਰਾਂਸਮਿਟ ਹੋ ਰਿਹਾ ਹੈ, ਉਹ ਕੋਡ ਸਿਰਫ ਜੇ ਇਸ ਮੋਬਾਈਲ ਵਾਸਤੇ ਤਾਂ ਇਹੀ ਮੋਬਾਈਲ ਸਮਝ ਸਕਦਾ ਹੈ, ਬਾਕੀ ਮੋਬਾਈਲਸ ਉਸ ਕੋਡ ਨੂੰ ਡੀਕੋਡ ਨਹੀਂ ਕਰ ਸਕਦੇ। ਐਂਡ ਇਫ ਦ ਸਿਗਨਲ ਇਜ਼ ਫॉर योर second mobile, then that will be decoded by the second mobile, cannot be decoded by first or any other mobile। ਇਸ ਦੇ ਵਿੱਚ ਬੇਸਿਕਲੀ ਹੈ ਕਿ ਆਪਾਂ ਕੋਡਸ ਵਰਡ ਟਰਾਂਸਮਿਟ ਕਰਦੇ ਹਾਂ, ਦੈਟ ਇਜ਼ ਅ ਸੂਡੋ ਰੈਂਡਮ ਕੋਡਸ ਜਿਹੜੇ ਇੱਕ ਆਪਾਂ PN ਸੀਕੁਐਂਸਿਸ ਜਨਰੇਟ ਕਰਕੇ ਉਹਨੂੰ ਕੋਡਸ ਮਿਕਸ ਕਰਕੇ ਉਹਨੂੰ ਆਪਾਂ ਟਰਾਂਸਮਿਟ ਕਰਦੇ ਹਾਂ ਫਰੋਮ ਬੇਸ ਸਟੇਸ਼ਨ ਟੂ ਦ ਮੋਬਾਈਲ ਸਟੇਸ਼ਨ। ਤੇ ਜਿਹੜਾ ਰਿਸੀਵਰ ਹੈ ਉਹਨੂੰ ਡੀਕੋਡ ਕਰੇਗਾ, ਅਗਰ ਤਾਂ ਉਹ ਉਸਦਾ ਹੀ ਕੋਡ ਹੋਇਆ ਤਾਂ ਉਹਨੂੰ ਡੀਕੋਡ ਕਰੇਗਾ, ਅਦਰਵਾਈਜ਼ ਰੈਸਟ ਵਿਲ ਐਕਟ ਐਜ਼ ਦ ਨੋਇਸ ਫॉर ਦਿਸ ਮੋਬਾਈਲ ਸਟੇਸ਼ਨ। ਦੈਟ ਇਜ਼ योर CDMA ਪ੍ਰੋਸੈਸ। ਹੁਣ CDMA ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆਉਂਦੀ ਹੈ ਦੈਟ ਇਜ਼ योर ਨੀਅਰ ਐਂਡ ਫਾਰ ਪ੍ਰੋਬਲਮਸ। ਕਿ ਅਗਰ ਤੁਹਾਡਾ ਮੋਬਾਈਲ ਫੋਨ ਨੇੜੇ ਹੈ ਤੇ ਜਿਹੜਾ ਜਿਸ ਮੋਬਾਈਲ ਫੋਨ ਨੂੰ ਤੁਸੀਂ ਕਨੈਕਟ ਕਰਨਾ ਚਾਹੁੰਦੇ ਹੋ ਉਹ ਦੂਰ ਹੈ, ਤਾਂ ਜਦੋਂ ਨੇੜੇ ਵਾਲਾ ਉਹਨੂੰ ਡੀਕੋਡ ਕਰੇਗਾ ਤਾਂ ਬਹੁਤ ਸਾਰੀ ਨੋਇਸ ਜਨਰੇਟ ਹੋ ਜਾਏਗੀ ਤੇ ਜਿੰਨੀ ਜ਼ਿਆਦਾ ਨੋਇਸ ਜਨਰੇਟ ਹੋਏਗੀ ਉਨਾ ਜ਼ਿਆਦਾ ਸਿਗਨਲ ਜਿਹੜਾ ਤੁਹਾਡਾ ਓਰੀਜਨਲ ਮੋਬਾਈਲ ਹੈ ਜਿਸਦਾ ਉਹ ਸਿਗਨਲ ਹੈ ਉਹ ਉਸਦੇ ਕੋਲ ਨਹੀਂ ਪਹੁੰਚ ਪਾਏਗਾ। ਤਾਂ ਨੀਅਰ ਐਂਡ ਫਾਰ ਪ੍ਰੋਬਲਮਸ ਆਰ ਰਿਕਵਰਡ ਬਾਈ RSSI, that is radio signal strength indicator, ਕਿ ਕਿੰਨਾ ਕੁ ਉਹਨੂੰ ਸਿਗਨਲ ਮਿਲ ਰਿਹਾ ਵਿਦ ਦ ਫॉर ਕਨੈਕਟੀਵਿਟੀ between the base station and the mobile, and it is discussed by RSSI। now CDMA ਦੀ ਫੀਚਰਸ ਕੀ ਹੈ ਕਿ ਇਸ ਦੇ ਤੁਸੀਂ the use of more number of users, ਜ਼ਿਆਦਾ ਯੂਜ਼ਰਸ ਵਧਾ ਸਕਦੇ ਹੋ, ਬਟ ਜਿੰਨੇ ਜ਼ਿਆਦਾ ਤੁਸੀਂ ਯੂਜ਼ਰਸ ਵਧਾਓਗੇ ਇਸ ਦੀ ਐਫੀਸ਼ੀਐਂਸੀ ਡਿਕਰੀਜ਼ ਹੋਏਗੀ ਤੇ ਇਹਨੂੰ ਇਹਦੇ ਚ ਮਲਟੀਪਲ ਫੇਡਿੰਗ ਨੂੰ ਤੁਸੀਂ ਰਿਮੂਵ ਕਰ ਸਕਦੇ ਹੋ ਬਾਈ ਯੂਜ਼ਿੰਗ ਯੋਰ ਰੇਕ ਰਿਸੀਵਰਸ। ਨੈਕਸਟ ਇਹਦੀ ਫੀਚਰਸ ਵਿੱਚ ਹੈ ਇਹਦੇ ਚ ਡਾਟਾ ਰੇਟ ਹੈ ਬਹੁਤ ਜ਼ਿਆਦਾ ਹਾਈ ਹੈ ਬਿਕੋਜ਼ ਬੈਂਡਵਿਡਥ ਜ਼ਿਆਦਾ ਹੈ ਤਾਂ ਡਾਟਾ ਰੇਟ ਜ਼ਿਆਦਾ ਹੈ। ਇਹਦੇ ਚ ਹੈਂਡ ਆਫ ਬਹੁਤ ਸੌਫਟਲੀ ਕੀਤਾ ਜਾਂਦਾ ਹੈ, ਬਟ ਸੈਲਫ ਜੈਮਿੰਗ ਇਜ਼ ਅ ਪ੍ਰੋਬਲਮ ਇਨ CDMA ਕਿ ਇਹ ਆਪਣਾ ਕੋਡ ਜਦੋਂ ਕਰਨ ਵਾਸਤੇ ਅਗਰ ਇਹ ਦੂਸਰਿਆਂ ਦਾ ਕੋਡ ਡੀਕੋਡ ਕਰ ਰਿਹਾ ਤਾਂ ਉਸ ਟਾਈਮ ਇੰਨੀ ਨੋਇਸ ਪ੍ਰੋਡਿਊਸ ਹੋ ਜਾਂਦੀ ਹੈ ਕਿ ਇਸਦਾ ਆਪਣਾ ਕੋਡ ਹੀ ਇਸਦੇ ਕੋਲ ਪਹੁੰਚ ਨਹੀਂ ਪਾਉਂਦਾ, ਤਾਂ ਕਰਕੇ ਇਸਦੇ ਸੈਲਫ ਜੈਮਿੰਗ ਹੀ ਹੋ ਜਾਂਦੀ ਹੈ ਆਫ ਦ ਡਾਟਾ। ਨੈਕਸਟ ਇਜ਼ ਪ੍ਰਾਈਵੇਸੀ ਬਹੁਤ ਜ਼ਿਆਦਾ ਰਹੇਗੀ। ਦੈਨ ਗ੍ਰੇਸ ਡਿਗਰੇਡੇਸ਼ਨ, ਈਜ਼ਲੀ ਟਰਾਂਸਮਿਟ ਕੀਤਾ ਜਾ ਸਕਦਾ ਹੈ ਫਰੋਮ ਵਨ ਮੋਬਾਈਲ ਸਟੇਸ਼ਨ ਟੂ ਦ ਅਨਦਰ ਮੋਬਾਈਲ ਸਟੇਸ਼ਨ। ਨੈਕਸਟ ਇਜ਼ CDMA ਦੀ ਪ੍ਰੋਸੈਸਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਇਹ ਪਰਟੀਕੂਲਰ ਕੋਡ ਹੈ, ਇਹ B ਦਾ ਕੋਡ ਹੈ, ਇਹ C ਦਾ ਕੋਡ ਹੈ। ਆਪਾਂ A ਦਾ ਕੋਡ ਆਪਾਂ ਡਾਟਾ ਟਰਾਂਸਮਿਟ ਕਰਨਾ ਸੀ 1101, ਦਿਸ ਇਜ਼ ਦਾ ਮੈਸੇਜ ਵਿਚ ਇਜ਼ ਟੂ ਬੀ ਟਰਾਂਸਮਿਟਡ, ਤਾਂ ਆਪਾਂ A ਨੇ ਇਸ ਫਾਰਮ ਦੇ ਵਿੱਚ ਟਰਾਂਸਮਿਟ ਕਰਤਾ, B ਨੇ ਆਪਣੇ ਫਾਰਮ 'ਚ, C ਨੇ ਆਪਣੀ ਫਾਰਮ 'ਚ। ਜਦੋਂ ਰਿਸੀਵਰ ਨੇ ਇਹਨੂੰ ਰਿਸੀਵ ਕਰਨਾ ਹੈ ਤਾਂ ਜਦੋਂ ਦੂਸਰੇ ਕੋਡਸ ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ 6 ਨਹੀਂ ਆਏਗੀ ਆਊਟਪੁੱਟ, ਬਟ ਅਗਰ ਆਪਣਾ ਓਰੀਜਨਲ ਕੋਡ ਹੋਏਗਾ ਤਾਂ ਆਪਣੇ ਕੋਲ ਆਊਟਪੁੱਟ 6 ਆ ਜਾਏਗੀ। that is if the other code words are not selected and there the sum is not 6 or less than 6 or maybe 0, ਕੁਛ ਵੀ ਹੋ ਸਕਦਾ ਹੈ ਬਟ 6 ਨਹੀਂ ਹੋਏਗਾ। ਅਗਰ 6 ਹੋਇਆ that means the code word related to that phone। ਇਸ ਤਰ੍ਹਾਂ ਤੁਹਾਡੀ ਕੋਡਿੰਗ ਜਿਹੜੀ ਹੈ ਉਹ ਡੀਕੋਡ ਹੋ ਸਕਦੀ ਹੈ। ਨੈਕਸਟ ਇਜ਼ ਯੋਰ GPRS ਜਰਨਲ ਪੈਕੇਟ ਰੇਡੀਓ ਸਰਵਿਸ। ਤੁਹਾਡੇ ਕੋਲ ਅੱਜ ਕੱਲ੍ਹ ਆਪਣੇ ਕੋਲ ਮੋਬਾਈਲ ਫੋਨਸ ਦੇ ਵਿੱਚ ਆਪਾਂ ਇੰਟਰਨੈਟ ਕਰ ਸਕਦੇ ਹਾਂ, that means some of the data packets are decoded in your mobile phones, but GPRS ਦੀ ਸਭ ਤੋਂ ਵੱਡੀ ਲਿਮਿਟੇਸ਼ਨ ਇਹ ਹੈ ਕਿ ਆਪਾਂ ਇਸ ਵਿੱਚ ਡਾਊਨਲੋਡਿੰਗ ਮਿਨੀਮਮ ਕਰਦੇ ਹਾਂ, ਮਤਲਬ ਇਹਦੇ ਡਾਊਨਲੋਡਿੰਗ ਘੱਟ ਹੁੰਦੀ ਹੈ ਬਟ ਅਸੈਸ ਐਂਡ ਅਪਲੋਡਿੰਗ ਡਾਊਨਲੋਡਿੰਗ ਜ਼ਿਆਦਾ ਕਰ ਸਕਦੇ ਹਾਂ ਬਟ ਅਪਲੋਡਿੰਗ ਘੱਟ ਕਰਦੇ ਹਾਂ। ਤੇ GPRS ਆਪਣੇ ਕੋਲ ਡਾਟਾ ਪੈਕੇਟਸ ਜਿਹੜੇ ਹੁੰਦੇ ਆ ਦੈਟ ਇਜ਼ ਮੀਨ ਕਿ ਆਪਣੇ ਮੋਬਾਈਲ ਫੋਨ ਦੇ ਵਿੱਚ ਵੌਇਸ ਦੇ ਨਾਲ ਆਪਾਂ ਗੱਲ ਵੀ ਕਰ ਸਕਦੇ ਹਾਂ ਐਜ਼ ਵੈਲ ਐਜ਼ ਡਾਟਾ ਪੈਕੇਟਸ ਵੀ ਆਪਾਂ ਰਿਸੀਵ ਕਰ ਸਕਦੇ ਹਾਂ।
that is your Journal Packet Radio Service. ਹੁਣੇ ਪਹਿਲਾਂ ਜਿਹੜੀ ਸਟਾਰਟਿੰਗ 'ਚ GPRS ਆਇਆ ਸੀ, that is of 3 classes, class A, class B, class C. class A ਦੇ ਵਿੱਚ ਆਪਣੇ ਕੋਲ we can use both your voice as well as your SMS or means data services. in class B ਦੇ ਵਿੱਚ ਤੁਸੀਂ ਸਿਰਫ ਜਾਂ ਤਾਂ voice use ਕਰ ਸਕਦੇ ਹੋ ਔਰ